ਚੰਨੀ ਸਾਹਿਬ ਨੇ ਵੀ ਕੋਈ ਇੱਕ ਵੀ ਜਿਹੜੇ ਜਿੰਨੇ ਜੇ 111 ਵਾਅਦੇ ਕੀਤੇ 111 ਦਿਨਾਂ 'ਚ 111 ਵਾਅਦੇ ਕੀਤੇ ਆ ਤਾਂ ਇੰਪਲੀਮੈਂਟ ਇੱਕ ਨਹੀਂ ਹੋਇਆ। ਕੋਈ ਰੇਤਾ ਦਾ ਰੇਟ ਨਹੀਂ ਘਟਿਆ। ਕਿਤੇ ਮੈਨੂੰ ਦੱਸ ਦੇਣ ਵੀ 5 ਰੁਪਏ ਨੂੰ ਕਿਤੇ ਰੇਤਾ ਮਿਲਦੀ ਹੋਵੇ, ਕੋਈ ਮਾਫੀਆ ਖਤਮ ਹੋਇਆ ਹੋਵੇ, ਕੋਈ ਲੈਂਡ ਮਾਫੀਆ ਖਤਮ ਹੋਇਆ ਹੋਵੇ। ਲੋਕ ਵਾਪਸ ਆ ਰਹੇ ਆ, ਲੋਕ ਇਸ ਗੱਲ ਨੂੰ ਮੰਨਦੇ ਆ ਵੀ ਜਿਹੜੇ ਝੂਠੇ ਵਾਅਦੇ 5 ਸਾਲ ਪਹਿਲਾਂ ਕੈਪਟਨ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਕੀਤੇ ਸੀ ਉਹ ਖੋਖਲੇ ਨਹੀਂ। ਕਾਂਗਰਸ ਦਾ ਇੱਕ ਕਲਚਰ ਆ ਵੀ ਜਿਹੜਾ ਆਖੇ ਨਹੀਂ ਲੱਗਦਾ ਜਾਂ ਸਾਨੂੰ ਜਿਸ ਤੋਂ ਖਤਰਾ ਆ। ਉਹ ਦੇਖੋ ਮਜੀਠੀਆ ਸਾਹਿਬ ਦਾ ਤਾਂ ਸਾਰੇ ਪਾਰਟੀਆਂ ਨੂੰ ਖਤਰਾ ਆ। ਇਹ ਤਾਂ ਰਾਤ ਨੂੰ ਸੁਪਨਿਆਂ ਦੇ ਵਿੱਚ ਵੀ ਮਜੀਠੀਆ ਦਾ ਹੀ ਨਾਂ ਲੈਂਦੇ ਆ, ਔਰ ਸੁਪਨਿਆਂ 'ਚ ਮਜੀਠੀਆ ਹੀ ਇਹਨਾਂ ਦੇ ਸੁਪਨਿਆਂ 'ਚ ਆਉਂਦਾ ਸਾਰਾ। ਅੱਜ ਦੇ ਡੇਟ ਦੇ ਵਿੱਚ ਕਿਤੇ ਵੀ ਤੁਸੀਂ ਚੰਨੀ ਦੇ ਮੂੰਹ ਤੋਂ ਜਾਂ ਸਿੱਧੂ ਦੇ ਮੂੰਹ 'ਚੋਂ ਇੱਦਾਂ ਦੀ ਕੋਈ ਗੱਲ ਨਹੀਂ ਸੁਣੋਗੇ ਵੀ ਅਸੀਂ ਪਰਚਾ ਕਰਾਤਾ। ਪਰਚਾ ਝੂਠਾ ਆ। ਉਹ ਸਾਰਿਆਂ ਦੇ ਸਾਹਮਣੇ ਟਾਈਮ ਟੂ ਟਾਈਮ ਆ ਜਾਣੀਆਂ ਸਾਰੀਆਂ ਗੱਲਾਂ। ਮੈਂ ਉਹਨੂੰ ਸਿਰੇ ਤੋਂ ਨਕਾਰ ਸੁਖਵਿੰਦਰ ਸਿੰਘ ਕੋਟਲੀ ਜੀ ਟਿਕਟ ਨਾ ਮਿਲਣ ਕਰਕੇ ਉਹਨਾਂ ਨੇ ਪਾਰਟੀ ਬਦਲੀ ਆ, ਨਾ ਕਿ ਉਹਨਾਂ ਨੂੰ ਕੋਈ ਇਹ ਕਾਂਗਰਸ ਨਾਲ ਕੋਈ ਪਿਆਰ ਆ ਜਾਂ ਕਾਂਗਰਸ ਦੇ ਵਿੱਚ ਕੋਈ ਬਹੁਤ ਵਧੀਆ ਉਹਨਾਂ ਦੀ ਜਗ੍ਹਾ ਆ। ਮੈਂ ਤਾਂ ਦੇਖ ਰਿਹਾ ਵੀ ਜਿਹੜੀ ਹੱਥੋਂ ਜੀ ਹੋ ਰਹੀ ਆ ਵੀ ਇੱਕ ਕੈਂਡੀਡੇਟ 3 ਪਾਰਟੀਆਂ ਇੰਨੇ ਸਮੇਂ 'ਚ ਹੀ ਬਦਲ ਰਿਹਾ। ਸਵਾਗਤ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ। ਮੈਂ ਗੁਰਨਾਮ ਸਿੰਘ ਬਿਲਗਾ। ਤਾਂ ਪੰਜਾਬ ਦੇ ਵਿੱਚ ਜਿੱਥੇ ਇਲੈਕਸ਼ਨ ਦੀ ਗੱਲ ਕਰਾਂਗੇ ਤਾਂ ਗੱਲ ਇਹ ਹੋਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ 20 ਫਰਵਰੀ ਤੱਕ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ। ਸਮੀਕਰਨ ਦਿਨ ਪਰ ਦਿਨ ਰਾਤ ਪਰ ਰਾਤ ਬਦਲਦੇ ਜਾ ਰਹੇ ਨੇ। ਪੰਜਾਬ ਦੀ ਸਿਆਸਤ ਵਿੱਚ ਜਿੱਥੇ ਵੱਡੇ ਧਮਾਕੇ ਹੋ ਰਹੇ ਨੇ, ਵੱਖ-ਵੱਖ ਪਾਰਟੀਆਂ ਦੇ ਵੱਡੇ ਲੀਡਰ ਛੱਡ ਕੇ ਇੱਕ ਦੂਸਰੀ ਪਾਰਟੀ ਵਿੱਚ ਜਿਸ ਤਰ੍ਹਾਂ ਜਾ ਰਹੇ ਨੇ, ਉਹ ਤੋਂ ਦੇਖ ਕੇ ਲੱਗਦਾ ਆ ਕਿ ਹੁਣ ਰਾਜਨੀਤੀ ਦਾ ਜਿਹੜਾ ਮਿਆਰ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਡਿੱਗਦਾ ਦੇਖੋਗੇ। ਗੱਲ ਕਰਾਂਗੇ ਜਲੰਧਰ ਜ਼ਿਲ੍ਹੇ ਦੇ ਵਿੱਚ। ਜਲੰਧਰ ਜ਼ਿਲ੍ਹੇ ਦੇ ਵਿੱਚ 2012 ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਆ ਤਾਂ ਉਸ ਵੇਲੇ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਜਿੰਨਾ ਵਧੀਆ ਤਰੀਕੇ ਦੇ ਨਾਲ ਮੈਨੇਜਮੈਂਟ ਕਰਕੇ ਕੰਮ ਕੀਤਾ, ਅਤੇ ਜਿਹੜੀ ਉਹ ਮਿੱਥ ਸੀ ਵੀ ਇੱਕ ਵਾਰੀ ਅਕਾਲੀ ਆਉਂਦੇ ਪੰਜਾਬ 'ਚ, ਇੱਕ ਵਾਰੀ ਕਾਂਗਰਸ ਆਉਂਦੇ ਆ, ਸ਼੍ਰੋਮਣੀ ਅਕਾਲੀ ਦਲ ਨੇ ਉਹ ਮਿੱਥ ਤੋੜ ਕੇ 5 ਸਾਲ ਤੋਂ ਬਾਅਦ ਦੂਸਰੇ 5 ਸਾਲ ਦੀ ਟਰਮ ਵੀ ਜਿੱਤੀ। ਮੇਰੇ ਨਾਲ ਮੌਜੂਦ ਆ ਸਰਦਾਰ ਹਰਿੰਦਰ ਸਿੰਘ ਢੀਂਡਸਾ, ਜਿਹੜੇ ਉਸ ਵੇਲੇ ਜ਼ਿਲ੍ਹਾ ਪ੍ਰਧਾਨ ਸਨ, ਅਤੇ ਇਹਨਾਂ ਦੀ ਦੇਖ ਰੇਖ ਦੇ ਵਿੱਚ ਜ਼ਿਲ੍ਹੇ ਦੇ ਯੂਥ ਨੇ ਜਿਸ ਤਰ੍ਹਾਂ ਕੰਮ ਕੀਤਾ ਤਾਂ ਵਿਧਾਨ ਸਭਾ ਹਲਕਾ 1 ਤੋਂ ਲੈ ਕੇ 9 ਤੱਕ ਜਲੰਧਰ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕੇ, ਜਿੱਥੇ 9 ਦੇ 9 ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਵੱਡੇ ਪੱਧਰ 'ਤੇ ਜਿੱਤ ਪ੍ਰਾਪਤ ਕਰਦਾ ਆ। ਕਰਦੇ ਹਾਂ ਉਹਨਾਂ ਨਾਲ ਗੱਲਬਾਤ ਵੀ ਉਹ ਕਿਹੜਾ ਸਮਾਂ ਸੀ, ਕਿੱਦਾਂ ਦੀ ਮੈਨੇਜਮੈਂਟ ਸੀਗੀ ਜਿਹੜੀ ਉਸ ਤੋਂ ਬਾਅਦ ਜਦੋਂ 17 ਦੀ ਗੱਲ ਆਉਂਦੀ ਤਾਂ ਮੈਨੇਜਮੈਂਟ ਕਿੱਥੇ ਆ ਕੇ ਫੇਲ ਹੋਈ। ਢੀਂਡਸਾ ਸਾਹਿਬ ਨਿੱਘਾ ਜੀ ਆਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਚੈਨਲ ਦੇ ਥਰੂ ਸਾਰੇ ਦੇਸ਼ ਵਿਦੇਸ਼ ਔਰ ਖ਼ਾਸ ਕਰਕੇ ਸਾਡੇ ਪੰਜਾਬ ਸੂਬੇ ਦੇ ਔਰ ਖ਼ਾਸ ਕਰਕੇ ਮੈਂ ਆਪਣੇ ਜਲੰਧਰ ਦੇ ਵੋਟਰਾਂ ਨੂੰ ਇਹ ਮੀਡੀਆ ਦੇ ਥਰੂ ਇਹ ਅਪੀਲ ਕਰਨਾ ਚਾਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਅਤੇ BSP ਦਾ ਸਮਝੌਤਾ ਜਿਹੜਾ ਆ ਇਹ ਇੱਕ ਮੀਲ ਪੱਥਰ ਵਜੋਂ ਆਪ ਦੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਾਰੇ ਆਉਣ ਵਾਲਾ ਜਿਹੜਾ ਭਵਿੱਖ ਆ ਉਹਨੂੰ ਇਹ ਬਹੁਤ ਚਾਨਣ ਮਨਾਰਾ ਦੇ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆਊਗਾ। ਢੀਂਡਸਾ ਸਾਹਿਬ, ਆਪਾਂ ਗੱਲ ਕਰ ਰਹੇ ਸੀ ਵੀ 2012 ਵਿੱਚ ਤੁਸੀਂ ਜ਼ਿਲ੍ਹਾ ਪ੍ਰਧਾਨ ਬਣਦੇ ਹੋ। ਪੂਰੇ ਜ਼ਿਲ੍ਹੇ ਦੇ ਯੂਥ ਵਿੱਚ ਇੰਨੀ ਸਪਿਰਿਟ ਸੀ ਕਿ ਜਿਹੜੀ ਇੱਕ ਮਿੱਥ ਸੀ ਉਸ ਵੇਲੇ ਟੁੱਟੀ ਕਿ 5 ਸਾਲ ਬਾਅਦ ਸਰਕਾਰ ਬਦਲੀ ਨਹੀਂ, ਦੁਬਾਰਾ ਰਿਪੀਟ ਹੋਈ ਅਕਾਲੀ ਦਲ ਦੀ। ਉਸ ਵੇਲੇ ਦੀ ਮੈਨੇਜਮੈਂਟ ਜਿਹੜੀ ਯੂਥ ਵਿੰਗ ਦੀ ਸੀਗੀ, ਕਿਤੇ ਲੱਗ ਰਿਹਾ ਕਿ ਅੱਜ ਵੀ ਉਸ ਲੈਵਲ ਦੀ ਯੂਥ ਵਿੰਗ ਦੀ ਤੁਹਾਡੀ ਜਿਹੜੀ ਸਪਿਰਿਟ ਆ ਉਹ ਕੰਮ ਕਰ ਰਹੀ ਆ? 2012 ਦੀ ਗੱਲ ਕਰੀਏ, ਜਦੋਂ ਮੈਨੂੰ ਯੂਥ ਅਕਾਲੀ ਦਲ ਦੀ ਜ਼ਿੰਮੇਵਾਰੀ ਪੂਰੇ ਜ਼ਿਲ੍ਹੇ ਦੀ ਸਾਂਭੀ ਗਈ, ਮੇਰੇ ਲਈ ਉਹ ਬਹੁਤ ਵੱਡਾ ਇੱਕ ਪ੍ਰੋਗਰਾਮ ਸੀਗਾ ਜਿਹੜਾ ਮੈਨੂੰ ਦਿੱਤਾ ਗਿਆ ਸੀਗਾ। ਔਰ ਮਿਸ਼ਨ 2012 ਨੂੰ ਅਸੀਂ ਨੇਪਰੇ ਚੜ੍ਹਾਉਣਾ ਸੀਗਾ। ਪਿਛਲੇ ਜਿਹੜੇ 5 ਸਾਲ ਸੀਗੇ ਸਰਕਾਰ ਦੇ ਸ਼੍ਰੋਮਣੀ ਅਕਾਲੀ ਦਲ ਦੇ, ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ 2007 ਦੇ ਮੈਨੀਫੈਸਟੋ ਦੇ ਵਿੱਚ, ਉਸ ਮੈਨੀਫੈਸਟੋ ਦੇ ਵਾਅਦਿਆਂ ਨੂੰ ਲੈ ਕੇ ਅਸੀਂ ਲੋਕਾਂ ਦੇ ਕੋਲ ਗਏ ਔਰ ਲੋਕਾਂ ਨੇ ਉਹਦੇ ਵਿੱਚ ਬਹੁਤ ਹੰਗਾਰਾ ਭਰਿਆ ਔਰ ਲੋਕਾਂ ਨੇ ਮੰਨਿਆ ਵੀ ਜੋ ਕਿਹਾ ਉਹ ਕੀਤਾ। ਇੱਕ ਨਾਅਰਾ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਲੱਗਾ ਸੀ, ਜੋ ਕਹਾਂਗੇ ਉਹ ਕਰਾਂਗੇ, ਔਰ ਉਸ ਵਾਅਦੇ ਨੂੰ ਉਹਨਾਂ ਨੇ ਪੂਰਾ ਕਰਕੇ 2012 ਮਿਸ਼ਨ ਨੂੰ ਸਾਹਮਣੇ ਲੈ ਕੇ ਆਏ। ਉਸ ਟਾਈਮ ਜਦੋਂ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਇਹ, ਅਤੇ ਬਹੁਤ ਮਾਈਕਰੋ ਲੈਵਲ 'ਤੇ ਜਾ ਕੇ ਅਸੀਂ ਇਸ ਪ੍ਰਚਾਰ ਨੂੰ ਜੋ ਕਿਹਾ ਉਹ ਕੀਤਾ ਨੂੰ ਲੈ ਕੇ ਗਏ। ਯੂਥ ਦੇ ਵਿੱਚ ਉਦੋਂ ਇੱਦਾਂ ਦੀ ਸਪਿਰਿਟ ਜਿਹੜੀ ਸਰਦਾਰ ਮਜੀਠੀਆ ਸਾਹਿਬ ਵੱਲੋਂ
ਭਰੀ ਗਈ ਸੀ। ਔਰ ਮੈਂ ਜ਼ਿਲ੍ਹੇ ਲੈਵਲ ਦੀ ਗੱਲ ਕਰ ਲਵਾਂ ਤੇ ਕਦੀ ਵੀ ਇਸ ਅੱਜ ਤੱਕ ਇਹ ਕੈਡਰ ਜਿਹੜਾ ਆ ਉਸੇ ਤਰੀਕੇ ਨਾਲ ਆਪਣੇ ਆਪਣੇ ਹਲਕਿਆਂ ਦੇ ਵਿੱਚ, ਆਪਣੇ ਆਪਣੇ ਸਰਕਲਾਂ ਦੇ ਵਿੱਚ, ਆਪਦੇ ਪਿੰਡਾਂ ਦੇ ਵਿੱਚ ਉਸੇ ਤਰੀਕੇ ਨਾਲ ਮਾਈਕਰੋ ਲੈਵਲ ਤੇ ਕੰਮ ਕਰ ਰਿਹਾ ਆ। ਔਰ ਜੇ ਐਤਕੀ ਦੀ ਗੱਲ ਕਰ ਲਈਏ ਅਸੀਂ 17 ਦੀ, ਤਾਂ 17 ਦੇ ਵਿੱਚ ਜਿਹੜੀਆਂ 4 ਵਿਧਾਨ ਸਭਾ ਜਿੱਤ ਕੇ ਪਾਰਟੀ ਦੀ ਝੋਲੀ ਪਾਈਆਂ ਸੀਗੀਆਂ, ਉਹ ਵੀ ਇੱਕ ਯੂਥ ਵਿੰਗ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ, ਜਿਹਦੇ ਵਿੱਚ ਅਸੀਂ ਸਾਰੀਆਂ ਸੀਟਾਂ ਨਹੀਂ ਲੈ ਪਾਏ, ਲੇਕਿਨ ਜਿੰਨੀਆਂ ਵੀ ਸੀਟਾਂ ਲੈ ਪਾਏ ਉਹਦੇ ਵਿੱਚ ਯੂਥ ਦਾ ਯੋਗਦਾਨ ਰਿਹਾ। ਇਹ ਗੱਲ ਨੂੰ ਮੈਂ ਇੱਦਾਂ ਨਹੀਂ ਕਹੂੰਗਾ ਵੀ ਬਾਕੀ ਹਲਕਿਆਂ ਦੇ ਵਿੱਚ ਯੂਥ ਨੇ ਕੰਮ ਨਹੀਂ ਕੀਤਾ, ਲੇਕਿਨ ਕੁਝ ਕਮੀਆਂ ਰਹਿ ਗਈਆਂ, ਜਾਂ ਲੋਕਾਂ ਨੂੰ ਗੁਟਕਾ ਸਾਹਿਬ ਦੀ ਸਹੁੰ ਨੂੰ ਜ਼ਿਆਦਾ ਪ੍ਰੇਰਿਤ ਕੀਤਾ, ਜਾਂ ਜਿਹੜੇ ਝੂਠੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਟੇਜ ਤੇ ਖੜੇ ਹੋ ਕੇ ਹੱਥ 'ਚ ਗੁਟਕਾ ਫੜ ਕੇ ਕੀਤੇ ਸੀਗੇ। ਲੋਕਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਐਤਕੀ ਸਾਨੂੰ ਸ਼ਾਇਦ ਕੁਝ ਹੋਰ ਪ੍ਰਾਪਤ ਹੋ ਜਾਊਗਾ ਸਰਕਾਰਾਂ ਤੋਂ, ਲੇਕਿਨ ਇੱਦਾਂ ਦਾ ਪਿਛਲੇ 5 ਸਾਲਾਂ ਦੇ ਵਿੱਚ ਕੁਝ ਨਹੀਂ ਹੋਇਆ। ਹੁਣ ਵੀ ਜੇ ਆਪਾਂ ਗੱਲ ਕਰੀਏ, ਚੰਨੀ ਸਰਕਾਰ ਰਹੀ ਆ, ਤੇ ਚੰਨੀ ਸਾਹਿਬ ਨੇ ਵੀ ਕੋਈ ਇੱਕ ਵੀ ਜੇ 111 ਵਾਅਦੇ ਕੀਤੇ, 111 ਦਿਨਾਂ 'ਚ 111 ਵਾਅਦੇ ਕੀਤੇ ਆ, ਤਾਂ ਇੰਪਲੀਮੈਂਟ ਇੱਕ ਨਹੀਂ ਹੋਇਆ। ਕੋਈ ਰੇਤਾ ਦਾ ਰੇਟ ਨਹੀਂ ਘਟਿਆ। ਕਿਤੇ ਮੈਨੂੰ ਦੱਸ ਦੇਣ ਵੀ 5 ਰੁਪਏ ਨੂੰ ਕਿਤੇ ਰੇਤਾ ਮਿਲਦੀ ਹੋਵੇ, ਕੋਈ ਮਾਫੀਆ ਖਤਮ ਹੋਇਆ ਹੋਵੇ, ਕੋਈ ਲੈਂਡ ਮਾਫੀਆ ਖਤਮ ਹੋਇਆ ਹੋਵੇ, ਕੋਈ ਨਸ਼ੇ ਦੇ ਤਸਕਰ ਜਿਹੜੇ ਆ ਉਹ ਖਤਮ ਹੋਏ ਹੋਣ, ਕੋਈ ਗੁੰਡਾਗਰਦੀ ਖਤਮ ਹੋਈ ਹੋਵੇ। ਇਹ ਸਾਰੇ ਖੋਖਲੀਆਂ ਗੱਲਾਂ ਸੀਗੀਆਂ, ਜਿਹੜੀਆਂ ਹੁਣ ਲੋਕਾਂ ਨੇ ਉਸ ਗੱਲ ਦਾ 2022 ਦਾ ਜਿਹੜਾ ਮਿਸ਼ਨ ਆ ਲੋਕਾਂ ਦਾ, ਇਹ ਅਕਾਲੀ ਦਲ ਦਾ ਮਿਸ਼ਨ ਨਹੀਂ, ਲੋਕਾਂ ਦਾ ਮਿਸ਼ਨ ਆ ਵੀ ਇਹ ਜਿਹੜਾ 2022 ਮਿਸ਼ਨ ਆ ਉਹ ਹੁਣ ਆਮ ਲੋਕਾਂ ਦਾ ਹੋ ਗਿਆ ਆ, ਵੀ ਇਹਨਾਂ ਨੂੰ ਚੱਲਦਾ ਕਰੀਏ। ਤੇ ਦੁਬਾਰਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਦੇ ਵਿੱਚ ਜਿਹੜੀ ਪੰਜਾਬ ਦੀ ਬਾਗਦੌੜ ਆ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਹੱਥ 'ਚ ਫੜਾਈਏ, ਔਰ ਸਰਦਾਰ ਸੁਖਬੀਰ ਸਿੰਘ ਜੀ ਦਾ ਜਿਹੜਾ ਵਿਜ਼ਨ ਆ ਉਹ 'ਤੇ ਕੰਮ ਹੋਵੇ ਪੰਜਾਬ ਦੇ ਵਿੱਚ। ਇਹ ਜਿਹੜਾ 5 ਸਾਲ ਤੋਂ ਰੁਕਿਆ ਹੋਇਆ ਆਪਣੇ ਪੰਜਾਬ ਦੇ ਵਿੱਚ, ਸਾਡੇ ਸੂਬੇ ਦੇ ਵਿੱਚ ਜਿਹੜਾ ਕੰਮ ਰੁਕਿਆ ਹੋਇਆ ਆ, ਪੁਲਾਂ ਦੇ ਕੰਮ ਰੁਕੇ ਆ, ਸੜਕਾਂ ਦੇ ਕੰਮ ਰੁਕੇ ਆ, ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮ ਰੁਕੇ ਆ, ਜਿੰਨਾ ਵੀ ਕੰਮ ਰੁਕਿਆ ਹੋਇਆ ਉਹਨੂੰ ਫੇਰ ਤੋਂ ਉਸੇ ਲੀਹ 'ਤੇ ਲੈ ਕੇ ਆਵੇ। ਤਾਂ ਪੰਜਾਬ ਜਿਹੜਾ 5 ਸਾਲ ਪਿੱਛੇ ਰਹਿ ਗਿਆ ਆ, ਸਰਦਾਰ ਸੁਖਬੀਰ ਸਿੰਘ ਦਾ ਇੱਕ ਸੁਪਨਾ ਆ ਵੀ ਇਹਨੂੰ ਪੰਜਾਬ ਨੂੰ ਅਸੀਂ ਫੇਰ ਦੁਬਾਰਾ ਸੋਨੇ ਦੀ ਚਿੜੀ ਬਣਾਉਣਾ ਆ, ਤੇ ਅਸੀਂ ਦੁਬਾਰਾ ਉਸ ਦੇ ਨਾਲ ਤਤਪਰ ਖੜੇ ਆ, ਮੋਢੇ ਨਾਲ ਮੋਢਾ ਮਿਲਾ ਕੇ। ਅੱਜ ਦੀ ਡੇਟ ਦੇ ਵਿੱਚ ਵੀ 9 ਹਲਕਿਆਂ ਦੇ ਵਿੱਚ ਯੂਥ ਉਸੇ ਤਰੀਕੇ ਨਾਲ ਕੰਮ ਕਰ ਰਿਹਾ ਆਪਣੇ ਆਪਣੇ ਸਰਕਲ ਦੇ ਵਿੱਚ, ਔਰ ਮੈਂ ਵੀ ਵੱਖ-ਵੱਖ ਥਾਵਾਂ ਤੇ ਜਾ ਕੇ ਜਿੱਥੇ ਦੀਆਂ ਮੀਟਿੰਗਾਂ ਮਿਲ ਰਹੀਆਂ ਉੱਥੇ ਅਸੀਂ ਜਾ ਕੇ ਕਰ ਰਹੇ ਹਾਂ। ਬਹੁਤ ਵੱਡਾ ਹੰਗਾਰਾ ਯੂਥ ਅਕਾਲੀ ਦਲ ਨੂੰ, ਆਪਣੇ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਮਿਲ ਰਿਹਾ ਆ, ਉਹ ਅਸੀਂ ਇਹ ਦੇਖ ਰਹੇ ਹਾਂ ਵੀ ਬਹੁਤ ਜ਼ਿਆਦਾ ਹੰਗਾਰਾ ਮਿਲ ਰਿਹਾ ਆ। ਲੋਕ ਵਾਪਸ ਆ ਰਹੇ ਆ, ਲੋਕ ਇਸ ਗੱਲ ਨੂੰ ਮੰਨਦੇ ਆ ਵੀ ਜਿਹੜੇ ਝੂਠੇ ਵਾਅਦੇ 5 ਸਾਲ ਪਹਿਲਾਂ ਕੈਪਟਨ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਕੀਤੇ ਸੀ, ਉਹ ਖੋਖਲੇ ਨਿਕਲੇ। ਜੀ ਢੀਂਡਸਾ ਸਾਹਿਬ, ਜੇ ਆਪਾਂ ਗੱਲ ਕਰੀਏ ਵੀ 9 ਵਿਧਾਨ ਸਭਾ ਸੀਟਾਂ 2012 ਜਿੱਤਦੇ ਨੇ ਤੇ 2017 ਵਿੱਚ ਉਹ ਘੱਟ ਕੇ 4 ਰਹਿ ਜਾਂਦੀਆਂ। ਇਹਦੇ ਵਿੱਚ 2 ਵੱਡੇ ਫੈਕਟਰ ਮੰਨੇ ਗਏ, ਵੀ ਇੱਕ ਨਸ਼ੇ ਵਾਲੀ ਗੱਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪੱਲੇ ਪੈ ਗਈ, ਦੂਸਰੀ ਬੇਅਦਬੀ ਕਾਂਡ। ਕੀ ਲੱਗ ਰਿਹਾ ਕਿ ਹੁਣ ਲੋਕਾਂ ਦੇ ਵਿੱਚ ਉਹ ਰੋਸ ਹੈ ਜਾਂ ਰੋਸ ਨਿਕਲ ਚੁੱਕਾ? ਨਹੀਂ, ਉਹ ਰੋਸ ਬਹੁਤ ਝੂਠ ਦੇ ਪਲੰਦੇ ਬੰਨ ਕੇ ਲੋਕਾਂ ਨੂੰ ਦੱਸਿਆ ਗਿਆ ਸੀਗਾ ਵੀ ਜਿਹੜੇ ਨਸ਼ੇ ਤਸਕਰ ਆ ਉਹਨਾਂ ਦਾ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਾਇਆ ਗਿਆ ਸੀ, ਤੇ ਇੱਕ ਜਿਹੜਾ ਬੇਅਦਬੀ ਕਾਂਡ ਜਿਹੜਾ ਉਹਦੇ ਬਹੁਤ ਮੰਦਭਾਗੀ ਇੱਕ ਘਟਨਾ ਹੋਈ ਆ। ਉਸ ਗੱਲ ਦਾ ਸਾਨੂੰ ਵੀ ਬੜਾ ਇਸ ਗੱਲ ਦਾ ਦੁੱਖ ਆ। ਸ਼੍ਰੋਮਣੀ ਅਕਾਲੀ ਦਲ ਦੇ ਹਰ ਲੀਡਰ ਨੂੰ, ਹਰ ਵਰਕਰ ਨੂੰ, ਹਰ ਵੋਟਰ ਨੂੰ ਬੜਾ ਦੁੱਖ ਆ, ਲੇਕਿਨ ਇਹ ਜਿਹੜਾ ਸਿਆਸਤ ਇਹ ਤੋਂ ਖੇਡੀ ਗਈ ਆ, ਧਰਮ ਦੇ ਉੱਤੇ ਸਿਆਸਤ ਜਿਹੜੀ ਖੇਡੀ ਗਈ ਆ, ਇਸ ਕਰਕੇ ਇਹਨਾਂ ਨੂੰ ਆਪਣੇ ਸਾਡੇ ਜਿਹੜੇ ਵੋਟਰ ਆ ਇਹਨਾਂ ਨੂੰ ਪ੍ਰੇਰਿਤ ਰਹਿਣਾ ਚਾਹੀਦਾ ਵੀ ਧਰਮ ਦੇ ਉੱਤੇ ਸਿਆਸਤ ਖੇਡ ਕੇ 5 ਸਾਲ ਜੇ ਆਪਾਂ ਫਾਰਮ ਹਾਊਸ ਤੋਂ ਹੀ ਨਹੀਂ ਬਾਹਰ ਨਿਕਲਾਂਗੇ ਤੇ ਇਹ 5 ਸਾਲ ਨਹੀਂ, ਇਹ 10 ਸਾਲ ਜਿਹੜਾ ਸਾਡਾ ਪੰਜਾਬ ਆ ਪਿੱਛੇ ਰਹਿ ਗਿਆ ਆ। ਇੱਦਾਂ ਦੇ ਜਿਹੜੇ ਭਰਮ ਆ ਉਹਨਾਂ ਤੋਂ ਅਸੀਂ ਦੂਰ ਰਹਿਣਾ ਆ। ਇੱਦਾਂ ਦੀਆਂ ਜਿਹੜੀਆਂ ਗੱਲਾਂ ਫੈਲਾ ਰਹੀ ਆ ਕਾਂਗਰਸ, ਅੱਜ ਜੇ ਗੱਲ ਕਰੀਏ ਕਾਂਗਰਸ ਦੀ, ਵੀ ਜੇ ਲੇਟੈਸਟ ਹੀ ਚੰਨੀ ਸਾਹਿਬ ਦੇ ਰਿਸ਼ਤੇਦਾਰ ਦੇ ਘਰੋਂ ਕਾਫੀ ਮਾਤਰਾ ਦੇ ਵਿੱਚ ਇਲੀਗਲ ਕਰੰਸੀ ਫੜੀ ਗਈ ਆ, ਇਲੀਗਲ ਪੈਸਾ ਫੜਿਆ ਗਿਆ। ਤੇ ਜੇ ਅਸੀਂ ਗੱਲ ਕਰੀਏ ਵੀ ਸਾਡੇ ਕਿਸੇ ਵੀ 10 ਸਾਲ ਦੀ ਸਰਕਾਰ ਰਹੀ ਆ ਤੇ 5 ਸਾਲ ਦਾ ਇੱਦਾਂ ਦਾ ਕੋਈ ਵੀ ਮੁੱਦਾ ਜਿਹੜਾ ਆ ਕਰਪਸ਼ਨ ਦਾ, ਕੋਈ ਹੋਰ ਕਿਸੇ ਤਰੀਕੇ ਦਾ, ਕੋਈ ਮਾਫੀਆ ਦਾ, ਕੋਈ ਗੁੰਡਾਗਰਦੀ ਦਾ, ਪਿਛਲੇ 15 ਸਾਲ ਦਾ ਅਕਾਲੀ ਦਲ ਦਾ ਰਿਪੋਰਟ ਕਾਰਡ ਦੇਖ ਲਓ, ਕਿਤੇ ਵੀ ਇੱਦਾਂ ਦੀ ਗੱਲ ਬਾਹਰ ਨਹੀਂ ਆਈ। ਜਿਹੜੀ ਵੀ ਗੱਲ ਆਈ ਆ ਝੂਠੀ ਆਈ ਆ, ਉਹ ਸਾਬਤ ਹੋ ਗਈ ਵੀ ਇਹ ਝੂਠੀ ਆ।
ਬਹੁਤ ਕੋਸ਼ਿਸ਼ਾਂ ਕੀਤੀਆਂ, ਬੜੇ ਭੁਲੇਖੇ ਪਾਏ ਗਏ ਸਾਡੀ ਇਹ ਭੋਲੀ ਭਾਲੀ ਪੰਜਾਬ ਦੀ ਜਨਤਾ ਨੂੰ। ਲੇਕਿਨ ਹੁਣ ਉਹ ਸਮਝਦਾਰ ਆ, ਉਹਨਾਂ ਨੂੰ ਪਤਾ ਆ ਵੀ ਅੱਗੇ ਇਹਨਾਂ ਨੇ ਝੂਠ ਬੋਲ ਕੇ ਸਾਡੇ ਨਾਲ ਕੀਤਾ ਆ, ਸਾਨੂੰ ਗੁੰਮਰਾਹ ਕੀਤਾ। ਬਿਕਰਮ ਸਿੰਘ ਮਜੀਠੀਆ ਵਾਲੇ ਕੇਸ ਨੂੰ ਕਿੱਦਾਂ ਮੰਨਦੇ ਹੋ? ਦੇਖੋ, ਉਹ ਤਾਂ ਸਿਆਸਤ ਦੇ ਵਿੱਚ ਇੱਕ ਕਿਸ ਹੱਦ ਤੱਕ ਕਾਂਗਰਸ ਜਾ ਸਕਦੀ ਆ। ਕਾਂਗਰਸ ਦਾ ਇੱਕ ਕਲਚਰ ਆ ਵੀ ਜਿਹੜਾ ਆਖੇ ਨਹੀਂ ਲੱਗਦਾ ਜਾਂ ਸਾਨੂੰ ਜਿਹ ਤੋਂ ਖਤਰਾ ਆ। ਉਹ ਦੇਖੋ, ਮਜੀਠੀਆ ਸਾਹਿਬ ਦਾ ਤਾਂ ਸਾਰੇ ਪਾਰਟੀਆਂ ਨੂੰ ਖਤਰਾ ਆ। ਇਹ ਤਾਂ ਰਾਤ ਨੂੰ ਸੁਪਨਿਆਂ ਦੇ ਵਿੱਚ ਵੀ ਮਜੀਠੀਆ ਦਾ ਹੀ ਨਾਂ ਲੈਂਦੇ ਆ, ਔਰ ਸੁਪਨਿਆਂ 'ਚ ਮਜੀਠੀਆ ਹੀ ਇਹਨਾਂ ਦੇ ਸੁਪਨਿਆਂ 'ਚ ਆਉਂਦਾ ਸਾਰਾ। ਇਸ ਕਰਕੇ ਉਹਨਾਂ ਨੂੰ ਲੱਗਦਾ ਸੀਗਾ ਵੀ ਜੇ ਇੱਦਾਂ ਦਾ ਕੋਈ ਅਸੀਂ ਪੈਂਤਰਾ ਖੇਡ ਲਈਏ ਤੇ ਲੋਕਾਂ ਨੂੰ ਇਸ ਗੱਲ 'ਤੇ ਲੈ ਆਈਏ ਵੀ ਆਹ ਦੇਖ ਲਓ ਜੀ ਅਸੀਂ ਕਰ ਦਿੱਤਾ। ਪਰ ਮੈਂ ਮਾਣਯੋਗ ਅਦਾਲਤਾਂ ਦਾ ਬੜਾ ਸ਼ੁਕਰੀਆ ਦਾ, ਜਿਨ੍ਹਾਂ ਨੇ ਸੱਚ ਨੂੰ ਤੋਲਿਆ ਤੇ ਸੱਚ ਨੂੰ ਲੈ ਕੇ ਆਏ ਆ ਸਾਹਮਣੇ। ਅੱਜ ਦੇ ਡੇਟ ਦੇ ਵਿੱਚ ਕਿਤੇ ਵੀ ਤੁਸੀਂ ਚੰਨੀ ਦੇ ਮੂੰਹ ਤੋਂ ਜਾਂ ਸਿੱਧੂ ਦੇ ਮੂੰਹ 'ਚੋਂ ਇੱਦਾਂ ਦੀ ਕੋਈ ਗੱਲ ਨਹੀਂ ਸੁਣੋਗੇ ਵੀ ਅਸੀਂ ਪਰਚਾ ਕਰਾਤਾ, ਪਰਚਾ ਝੂਠਾ ਆ। ਉਹ ਸਾਰਿਆਂ ਦੇ ਸਾਹਮਣੇ ਟਾਈਮ ਟੂ ਟਾਈਮ ਆ ਜਾਣੀਆਂ ਸਾਰੀਆਂ ਗੱਲਾਂ। ਮੈਂ ਉਹਨੂੰ ਸਿਰੇ ਤੋਂ ਨਕਾਰਦਾ ਜੀ। ਢੀਂਡਸਾ ਸਾਹਿਬ, ਜੇ ਆਪਾਂ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤੇ ਜੇ ਆਪਾਂ ਦੇਖ ਲਈਏ ਵੀ 3 ਸੀਟਾਂ ਤਾਂ ਪਿਓਰ ਸ਼ਹਿਰੀ ਨੇ, ਕੈਂਟ ਨੂੰ ਜੇ ਮੰਨ ਲਈਏ ਵੀ ਅਰਧ ਪੇਂਡੂ ਤਾਂ ਅਰਧ ਸ਼ਹਿਰੀ ਆ। ਜੇ 4 ਨੂੰ ਆਪਾਂ ਇੱਕ ਪਾਸੇ ਕਰ ਲਈਏ ਤਾਂ ਬਾਕੀ ਬਚਦੀਆਂ ਤੇ ਜਿਹੜੇ ਨਰੋਲ ਪੇਂਡੂ ਸੀਟਾਂ ਜਿਨ੍ਹਾਂ ਵਿੱਚ ਸ਼ਾਹਕੋਟ ਹੋ ਗਿਆ, ਨਕੋਦਰ ਹੋ ਗਿਆ, ਫਲੌਰ ਹੋ ਗਿਆ, ਆਦਮਪੁਰ ਹੋ ਗਿਆ ਤੇ ਕਰਤਾਰਪੁਰ ਹੋ ਗਿਆ। ਆਪਾਂ ਜੇ ਇਹਨਾਂ ਦਾ ਤਵਾਜ਼ਨ ਬਣਾ ਕੇ ਦੇਖੀਏ ਵੀ ਇੱਥੇ ਬਸਪਾ ਦਾ ਜਿਹੜਾ ਵੋਟ ਬੈਂਕ ਆ ਉਹ ਆਧਾਰ ਕਾਫੀ ਸਟਰੋਂਗ ਮੰਨਿਆ ਜਾਂਦਾ। ਕੀ 9 ਦੇ 9 ਹਲਕਿਆਂ ਦੇ ਵਿੱਚ ਬਸਪਾ ਦੀ ਜਿਹੜੀ ਵੋਟ ਆ ਤੁਹਾਡੇ ਨਾਲ ਜੇ ਜੁੜਦੀ ਆ ਤਾਂ ਕੋਈ ਫਾਇਦਾ ਹੋ ਰਿਹਾ ਆ ਕਿ ਜਾਂ ਜਿਹੜੀ ਸਥਿਤੀ ਆ ਉਹ ਜਿਵੇਂ ਹੈਗੀ ਆ ਵੀ ਤੁਹਾਡੇ ਪਹਿਲੇ ਕੈਂਡੀਡੇਟ ਜਿੱਤੇ ਆ ਜਾਂ ਉਹੀ ਜਿੱਤ ਕੇ ਆ ਰਹੇ ਨੇ? ਮੈਂ ਜੇ ਗੱਲ ਕਰਾਂ ਆਪਣੇ ਸ਼ਹਿਰੀ ਸੀਟਾਂ 4 ਦੀ, ਸ਼ਹਿਰੀ ਦੇ ਸੀਟਾਂ ਦੇ ਵਿੱਚੋਂ ਜਿੰਨਾ ਵੀ BSP ਦਾ ਕੈਡਰ ਆ ਉਹ ਅਕਾਲੀ ਦਲ ਦੇ ਨਾਲ ਇਸ ਵੇਲੇ ਮੋਢੇ ਨਾਲ ਮੋਢਾ ਮਿਲਾ ਕੇ ਉਹ ਵੋਟਾਂ ਦੇ ਵਿੱਚ ਪੂਰਾ ਯੋਗਦਾਨ ਲੈ ਰਹੇ ਆ। ਔਰ ਮਿਸ਼ਨ 2022 ਨੂੰ ਨੇਪਰੇ ਚੜ੍ਹਾ ਕੇ ਵੱਧ ਤੋਂ ਵੱਧ ਉੱਥੋਂ ਲੀਡ ਲੈ ਕੇ ਸਾਡੇ ਜਿਹੜੇ 4 ਕੈਂਡੀਡੇਟ ਇੱਥੋਂ ਕਰ ਰਹੇ ਆ, ਕੰਟੈਸਟ ਕਰ ਰਹੇ ਆ, ਉਹ ਆਪਣਾ ਬਹੁਮਤ ਲੈ ਕੇ ਜਿੱਤਣਗੇ ਜੀ। ਜੇ ਆਪਾਂ ਕਰ ਲਈਏ ਹਲਕਾ ਸ਼ਾਹਕੋਟ ਜਿਹੜਾ ਅਜੀਤ ਸਿੰਘ ਕੁਹਾੜ ਦਾ ਹਲਕਾ ਰਿਹਾ ਆ ਤੇ ਉਹ ਬਾਈ ਇਲੈਕਸ਼ਨ ਦੇ ਵਿੱਚ ਉਹ ਕਾਂਗਰਸ ਦੇ ਹਿੱਸੇ ਬੜੇ ਲੰਬੇ ਸਮੇਂ ਬਾਅਦ ਆਇਆ, ਕੀ ਲੱਗ ਰਿਹਾ ਕਿ ਉੱਥੇ ਬਸਪਾ ਦੀ ਵੋਟ ਇੰਨੀ ਜ਼ਿਆਦਾ ਹੈ ਨਹੀਂ ਕਿ ਉਹ ਹਲਕੇ ਵਿੱਚ ਕਿੱਦਾਂ ਦੇ ਹਾਲਾਤ ਨੇ? ਉੱਥੇ ਅਕਾਲੀ ਦਲ ਦੀ ਆਪ ਦੀ ਬਹੁਤ ਲੰਬੇ ਸਮੇਂ ਤੋਂ ਸਰਦਾਰ ਅਜੀਤ ਸਿੰਘ ਕੁਹਾੜ ਜੀ ਨੇ ਸਾਡੇ ਕੈਬਨਿਟ ਮੰਤਰੀ ਰਹੇ ਆ। ਉਹਨਾਂ ਨੇ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕੀਤੀ ਆ, ਉਹਨਾਂ ਦੇ ਪਰਿਵਾਰ ਨੇ ਕੀਤੀ ਆ। ਮੈਂ ਜੇ ਗੱਲ ਕਰ ਲਵਾਂ ਉਹਨਾਂ ਦੇ ਬੇਟੇ ਦੀ, ਤੇ ਉਹਨਾਂ ਨੇ ਵੀ ਨਾਲ ਹੋ ਕੇ ਜੇ ਪਿਛਲੇ 15-20 ਸਾਲ ਦੀ ਗੱਲ ਕਰ ਲਈਏ ਤਾਂ ਸਾਡੇ ਦੇਖਦਿਆਂ ਉਹਨਾਂ ਨੇ ਹਰੇਕ ਚੀਜ਼ ਨੂੰ ਆਪ ਕੀਤਾ ਆ, ਲੋਕਾਂ ਦੇ ਕੋਲ ਖੁਦ ਗਏ ਹੋਏ ਆ। ਜੇ ਉਹਨਾਂ ਦੇ ਦੋਨਾਂ ਪੋਤਿਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਵੀ ਹਮੇਸ਼ਾ ਕੁਹਾੜ ਸਾਹਿਬ ਦੇ ਨਾਲ ਹੋ ਕੇ ਸਾਰੇ ਹਲਕੇ ਦੇ ਵਿੱਚ ਸੇਵਾ ਕੀਤੀ ਆ। ਉਸ ਸੇਵਾ ਦਾ ਜ਼ਰੂਰ ਉਹਨਾਂ ਨੂੰ ਫਲ ਮਿਲੂਗਾ। ਨੋ ਡਾਊਟ ਵੀ ਉਹਨਾਂ ਦੇ ਜਾਣ ਪਿੱਛੋਂ ਬਾਈ ਇਲੈਕਸ਼ਨ ਦੇ ਵਿੱਚ ਥੋੜ੍ਹਾ ਜਿਹਾ ਨੁਕਸਾਨ ਹੋ ਗਿਆ ਆ, ਲੇਕਿਨ ਉਹਨੂੰ ਉਹਨਾਂ ਨੇ, ਬੱਚਿਆਂ ਨੇ ਜਾਂ ਪਰਿਵਾਰ ਨੇ ਉਹਨੂੰ ਕਵਰ ਕੀਤਾ, ਵਰਕਰਾਂ ਨੇ ਉਹਨਾਂ ਨੂੰ ਕਵਰ ਕੀਤਾ। ਓਬਵੀਅਸਲੀ ਵੀ ਜੇ ਅਸੀਂ ਗੱਲ ਕਰਦੇ ਹਾਂ ਵੀ ਸਰਕਾਰਾਂ ਦੇ ਵਿੱਚ ਬਾਈ ਇਲੈਕਸ਼ਨਾਂ ਦੇ ਜਿਹੜੇ ਰਿਜ਼ਲਟ ਆਉਂਦੇ ਉਹ ਸਾਰਿਆਂ ਨੂੰ ਪਤਾ ਹੀ ਆ ਜੀ। ਢੀਂਡਸਾ ਸਾਹਿਬ, ਜੇ ਆਪਾਂ ਗੱਲ ਕਰੀਏ ਨਕੋਦਰ ਹਲਕਾ ਇਤਿਹਾਸਕ ਵਿਰਾਸਤੀ ਹਲਕਾ ਰਿਹਾ ਆ, ਕੁਲਦੀਪ ਸਿੰਘ ਵਡਾਲਾ ਦਾ ਪਰਿਵਾਰ ਇਸ ਹਲਕੇ ਨਾਲ ਜੁੜਿਆ ਰਿਹਾ। ਉਹ ਆਪ ਵੀ ਵਿਧਾਇਕ ਬਣੇ ਨੇ ਪਿਛਲੇ 2 ਟਰਮਾਂ ਤੋਂ। ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਉੱਥੋਂ ਜਿੱਤ ਕੇ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਨੇ। ਇਸ ਵਾਰ ਵੀ ਜਿਹੜੇ ਉਹਨਾਂ ਦੇ ਮੁੱਖ ਵਿਰੋਧੀ ਅਮਰਜੀਤ ਸਿੰਘ ਸਮਰਾ ਸੀ ਉਹ ਟਿਕਟ ਛੱਡ ਗਏ ਨੇ ਤੇ ਨਵੇਂ ਕੈਂਡੀਡੇਟ ਨੂੰ ਟਿਕਟ ਮਿਲ ਗਈ ਆ। ਨਕੋਦਰ ਹਲਕੇ ਦੇ ਕੀ ਹਾਲਾਤ ਨੇ? ਨਕੋਦਰ ਹਲਕਾ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਆਪਣਾ ਮੰਨਦਾ ਆ। ਸ਼੍ਰੋਮਣੀ ਅਕਾਲੀ ਦਲ ਦੇ ਉੱਥੇ ਵਰਕਰ ਜਿਹੜੇ ਆ ਬਹੁਤ ਉਤਸ਼ਾਹਿਤ ਆ ਇਸ ਵੇਲੇ। ਔਰ ਮੈਂ ਕਹਿਣਾ ਚਾਹੂੰਗਾ ਵੀ ਸਰਦਾਰ ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਦੀ ਬਹੁਤ ਵੱਡੀ ਦੇਣ ਆ ਹਲਕੇ ਨੂੰ। ਇਸ ਕਰਕੇ ਉੱਥੋਂ ਤਾਂ ਬਹੁਤ ਵੱਡੀ ਜਿੱਤ ਦੇ ਨਾਲ ਅਸੀਂ ਉਹ ਸੀਟ ਜਿਹੜੀ ਆ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਨੂੰ, ਉਹ ਤਾਂ ਅਸੀਂ ਮਿੱਥ ਕੇ ਬੈਠੇ ਹਾਂ ਜੀ ਵੀ ਉਹ ਤਾਂ ਪੂਰਾ ਬਹੁਮਤ ਦੇ ਨਾਲ ਉੱਥੇ ਆਪਣੀ ਸੀਟ ਜਿੱਤਣਗੇ। ਬਾਕੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਜੀ। ਢੀਂਡਸਾ ਸਾਹਿਬ, ਹੁਣ ਤੁਹਾਡੇ ਗੱਲ ਕਰਦੇ ਹਾਂ ਫਲੌਰ ਹਲਕੇ ਦੀ। ਫਲੌਰ ਹਲਕਾ ਬਸਪਾ ਦਾ ਬਹੁਲਤਾ ਖੇਤਰ ਮੰਨਿਆ ਜਾਂਦਾ। ਪਿਛਲੀ ਵਾਰ 28,000 ਦੇ ਨੇੜੇ ਤੇੜੇ ਅਵਤਾਰ ਸਿੰਘ ਕਰੀਮਪੁਰੀ ਉੱਥੋਂ ਵੋਟ ਲੈ ਗਏ ਸੀ। 42,000 ਦੇ ਨੇੜੇ ਤੇੜੇ ਤੁਹਾਡੇ ਉਮੀਦਵਾਰ ਲੈ ਕੇ ਬਲਦੇਵ ਸਿੰਘ ਖਹਿਰਾ ਉੱਥੋਂ ਪਿਛਲੀ ਵਾਰੀ ਵੀ ਜਿੱਤ ਗਿਆ ਸੀ। ਪਰ ਉੱਥੇ ਇੱਕ ਇਸ ਵਾਰੀ ਸਰਕਮਸਟਾਂਸ ਇੱਦਾਂ ਦੇ ਬਣ ਰਿਹਾ ਵੀ ਸਾਨੂੰ ਅੰਦਰ ਖਾਤੇ ਪਤਾ ਲੱਗ ਰਿਹਾ ਵੀ ਬਸਪਾ ਦਾ ਕੁਛ ਕੇਡਰ ਬਲਦੇਵ ਸਿੰਘ ਖਹਿਰਾ ਦੇ ਨਾਲ ਨਾਰਾਜ਼ ਆ
ਉਹ ਬਲਦੇਵ ਸਿੰਘ ਖਹਿਰਾ ਤੋਂ ਖਫਾ ਹੋ ਕੇ ਵੋਟ ਤੁਹਾਡੀ ਇੱਧਰ ਉੱਧਰ ਜਾ ਰਹੀ ਆ, ਤੇ ਸਾਰੀ ਵੋਟ ਬਸਪਾ ਦੀ ਜਿਹੜੀ ਆ ਅਕਾਲੀ ਦਲ ਨੂੰ ਟਰਾਂਸਫਰ ਨਹੀਂ ਹੋ ਰਹੀ। ਤੁਹਾਡਾ ਕੀ ਕਹਿਣਾ? ਨਹੀਂ, ਇਹ ਤਾਂ ਗੁੰਮਰਾਹ ਕੀਤਾ ਜਾ ਰਿਹਾ। ਜੇ ਸਰਦਾਰ ਕਰੀਮਪੁਰੀ ਸਾਹਿਬ ਦੀ ਗੱਲ ਕਰ ਲਈਏ ਤਾਂ ਉਸ ਟਾਈਮ ਉਹ ਆਪਦੇ ਪਾਰਟੀ ਦੇ ਉਮੀਦਵਾਰ ਸਨ, ਪ੍ਰੈਜ਼ੀਡੈਂਟ ਵੀ ਸੀ, ਉਮੀਦਵਾਰ ਵੀ ਸਨ। ਜੇ ਹੁਣ ਦੀ ਗੱਲ ਕਰ ਲਈਏ ਤਾਂ ਹੁਣ ਸਾਡਾ ਇੱਕ ਗੱਠ ਜੋੜਿਆ ਬੀਐਸਪੀ ਦੇ ਨਾਲ ਤੇ ਅਕਾਲੀ ਦਲ ਦਾ ਬੀਐਸਪੀ ਦੇ ਨਾਲ। ਉਹਦੇ ਕਰਕੇ ਬਹੁਤ ਸਾਰੇ ਜਿਹੜੇ ਬੀਐਸਪੀ ਦੇ ਲੀਡਰ ਸਾਹਿਬਾਨ ਸੀਗੇ ਉਹਨਾਂ ਨੇ ਇਸ ਗੱਲ ਨੂੰ ਬਹੁਤ ਵਧੀਆ ਮੰਨਿਆ ਵੀ ਜਿਹੜਾ ਇਹ 9 ਮਾਰਚ ਦਾ ਰਿਸ਼ਤਾ ਆ ਸਾਡਾ ਅਕਾਲੀ ਦਲ ਦਾ ਤੇ ਬੀਐਸਪੀ ਦਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਆ। ਔਰ ਮੈਂ ਕਹਾਂ ਵੀ ਜੇ ਅਸੀਂ ਆਮ ਚੋਣਾਂ ਦੀ ਗੱਲ ਕਰ ਲਈਏ, ਜੇ ਗੱਠਜੋੜ ਨਹੀਂ ਵੀ ਸੀਗਾ ਤਾਂ ਉਦੋਂ ਵੀ ਬੀਐਸਪੀ ਅਕਾਲੀ ਦਲ ਨੂੰ ਪਸੰਦ ਕਰਦੀ ਸੀ, ਨਾ ਕਿ ਕਿਸੇ ਹੋਰ ਪਾਰਟੀ ਨੂੰ ਪਸੰਦ ਕਰਦੀ ਸੀ। ਤੇ ਅੱਜ ਦੀ ਡੇਟ ਦੇ ਵਿੱਚ ਵੀ ਸਰਦਾਰ ਖਹਿਰਾ ਸਾਹਿਬ ਨੂੰ ਉੱਥੇ ਪੂਰਾ ਸੰਯੋਗ ਵੀ ਮਿਲ ਰਿਹਾ ਆ। ਔਰ ਜਿਹੜਾ ਬੀਐਸਪੀ ਦਾ ਕੈਡਰ ਉਹ ਪਹਿਲਾਂ ਬੀਐਸਪੀ 'ਚ ਰਹਿ ਕੇ ਆਏ ਆ, ਤਾਂ ਉਹ ਵੀ ਜਿਹੜਾ ਕੈਡਰ ਆ ਅੱਜ ਦੀ ਡੇਟ ਦੇ ਵਿੱਚ ਪੂਰਾ ਜਿਹੜਾ ਸਮਰਥਨ ਆ ਉਹ ਅਕਾਲੀ ਦਲ ਨੂੰ ਦੇ ਰਿਹਾ। ਸਮਰਥਨ ਇਸ ਤਰੀਕੇ ਨਾਲ ਵੀ ਦੇ ਰਿਹਾ ਆ ਵੀ ਸਾਡਾ ਗੱਠ ਜੋੜਿਆ, ਔਰ ਸਮਰਥਨ ਇਸ ਤਰੀਕੇ ਨਾਲ ਵੀ ਦੇ ਰਿਹਾ ਵੀ ਜਿਹੜਾ ਇਹ ਸਾਡਾ ਕੈਂਡੀਡੇਟ ਆ ਬਲਦੇਵ ਸਿੰਘ ਖਹਿਰਾ, ਉਹ ਸਾਡਾ ਮੁੰਡਾ ਆ, ਸਾਡੇ ਘਰਾਂ 'ਚੋਂ ਆ, ਸਾਡੇ ਨਾਲ ਪੁਰਾਣੇ ਸਮੇਂ ਦੇ ਵਿੱਚ ਸਾਡੇ ਸੁੱਖ ਦੁੱਖ ਤੇ ਸਾਥੀ ਰਿਹਾ ਆ। ਇਸ ਕਰਕੇ ਉੱਥੇ ਇੱਦਾਂ ਦੀ ਕੋਈ ਡਾਊਟ ਨਹੀਂ ਹੈ ਕਿ ਵੀ ਬੀਐਸਪੀ ਉੱਥੇ ਨਾਰਾਜ਼ ਆ। ਕਿਤੇ ਵੀ ਕਿਸੇ ਹਲਕੇ ਦੇ ਵਿੱਚੋਂ ਅੱਜ ਤੱਕ ਮੈਨੂੰ ਵੀ ਮਹੀਨਾ ਹੋ ਗਿਆ, ਮੈਂ ਮੀਟਿੰਗਾਂ ਲੈ ਰਿਹਾ ਆ ਸਭ ਦੇ, ਆਪਣੇ ਯੂਥ ਅਕਾਲੀ ਦਲ ਦੀਆਂ ਵੀ, ਅਕਾਲੀ ਦਲ ਦੀਆਂ ਵੀ, ਤਾਂ ਹੋਰ ਜਗ੍ਹਾ 'ਤੇ ਜਾਣ ਦਾ ਵੀ ਮੌਕਾ ਮਿਲਦਾ ਆ। ਪਰ ਇੱਦਾਂ ਦੀ ਹਜੇ ਤੱਕ ਗੱਲ ਬਾਹਰ ਨਿਕਲ ਕੇ ਨਹੀਂ ਆਈ ਵੀ ਕੋਈ ਕੈਡਰ ਜਿਹੜਾ ਕੋਈ ਜਾਂ ਗਰੁੱਪ ਜਿਹੜਾ ਆ ਕੋਈ ਉਹ ਅਕਾਲੀ ਦਲ ਤੋਂ, ਜਾਂ ਖਾਸ ਕਰਕੇ ਹਲਕਿਆਂ ਦੇ ਵਿੱਚ ਗੱਲਾਂ ਕਰਾਂ ਵੀ ਉੱਥੇ ਕਿਤੇ ਵੀ ਇੱਦਾਂ ਦਾ ਗੱਲ ਨਿਕਲ ਕੇ ਬਾਹਰ ਨਹੀਂ ਆਈ। ਇਹ ਸਿਰਫ ਭਰਾਮੇ ਆ ਜਿਹੜੇ ਬਾਕੀ ਕੈਂਡੀਡੇਟਸ ਵੱਲੋਂ ਜਾਂ ਜਿਹੜੀਆਂ ਬਾਕੀ ਪਾਰਟੀਆਂ ਉਹਨਾਂ ਵੱਲੋਂ ਫੈਲਾਏ ਜਾਂਦੇ ਆ, ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਆ ਵੀ ਆਹ ਅਸਲੀਅਤ ਆ। ਲੇਕਿਨ ਅੱਜ ਦੀ ਡੇਟ ਦੇ ਵਿੱਚ ਲੋਕਾਂ ਨੂੰ ਸਭ ਪਤਾ ਆ, ਲੋਕ ਬਹੁਤ ਸਿਆਣੇ ਆ, ਹਰੇਕ ਦੇ ਕੋਲ ਸਮਾਰਟਫੋਨ ਆ, ਹਰੇਕ ਚੀਜ਼ ਨਿੱਤਰ ਕੇ ਸਾਹਮਣੇ ਆ ਰਹੀ ਆ। ਔਰ ਸਾਰੇ ਕੈਡਰ ਸਾਰੇ ਹਲਕਿਆਂ ਦੇ ਵਿੱਚ ਜਿੰਨਾ ਬੀਐਸਪੀ ਆ, ਜਿੰਨਾ ਸ਼੍ਰੋਮਣੀ ਅਕਾਲੀ ਦਲ ਆ, ਅੱਡੀ ਚੋਟੀ ਦਾ ਜ਼ੋਰ ਲਾ ਕੇ ਇਸ 2022 ਦੇ ਮਿਸ਼ਨ ਨੂੰ ਜਿਤਾਉਣ ਦੇ ਵਿੱਚ ਲੱਗੇ ਹੋਏ ਆ। ਜੀ ਢੀਂਡਸਾ ਸਾਹਿਬ, ਜੇ ਗੱਲ ਕਰੀਏ 2 ਹਲਕੇ ਉਹ ਬਚਦੇ ਨੇ ਜਿੱਥੇ ਕਿ ਵਾਕਿਆ ਹੀ ਤੁਹਾਡੇ ਉਮੀਦਵਾਰ ਪਹਿਲਾਂ ਵੀ, ਖਾਸ ਕਰਕੇ ਜੇ ਆਪਾਂ ਆਦਮਪੁਰ ਹਲਕੇ ਦੀ ਗੱਲ ਕਰੀਏ, 2 ਟਰਮਾਂ ਦੇ ਵਿੱਚ ਪਵਨ ਕੁਮਾਰ ਟੀਨੂ ਜਿੱਤ ਕੇ ਆ ਰਹੇ ਨੇ। ਪਰ ਇਸ ਵਾਰ ਉੱਥੇ ਜਿਹੜੇ ਹਾਲਾਤ ਬਣ ਰਹੇ ਨੇ ਕਿ ਸੁਖਵਿੰਦਰ ਕੋਟਲੀ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਦਾ ਪਿਛੋਕੜ ਵੀ ਬਸਪਾ ਦਾ ਆ, ਪਵਨ ਕੁਮਾਰ ਟੀਨੂ ਦਾ ਪਿਛੋਕੜ ਵੀ ਬਸਪਾ ਦਾ ਆ, ਤੇ ਉੱਥੋਂ ਜਿਹੜੇ ਪੁਰਸ਼ੋਤਮ ਹੀਰ ਸੰਯੁਕਤ ਸਮਾਜ ਮੋਰਚੇ ਵੱਲੋਂ ਉਤਾਰੇ ਗਏ ਨੇ ਉਹਨਾਂ ਦਾ ਪਿਛੋਕੜ ਵੀ ਬਸਪਾ ਦਾ, ਉਹ ਵੀ ਬਸਪਾ 'ਚੋਂ ਆਏ ਨੇ। ਇਸ ਵੇਲੇ ਤਿੰਨੇ ਵੱਡੇ ਉਮੀਦਵਾਰ ਜਿਹੜੇ ਲੜ ਰਹੇ ਨੇ ਉਹ ਬਸਪਾ ਦਾ ਪਿਛੋਕੜ ਬਾਰੇ ਲੜ ਰਹੇ ਨੇ। ਔਰ ਸੁਖਵਿੰਦਰ ਕੋਟਲੀ ਦੇ ਨਾਲ ਜਿਸ ਤਰ੍ਹਾਂ ਕਾਂਗਰਸ ਦੀ ਟਿਕਟ ਮਿਲਣ ਦੇ ਨਾਲ ਇਹ ਵੀ ਲੱਗ ਰਿਹਾ ਕਿ ਡੇਰਾ ਬੱਲਾਂ ਜਿਹੜਾ ਆ ਧਾਰਮਿਕ ਡੇਰਾ ਆ ਵੀ ਉਹ ਮੰਨ ਰਹੇ ਨੇ ਕਿ ਡੇਰਾ ਬੱਲਾਂ ਵਾਲੇ ਇਸ ਵਾਰ ਵੋਟਾਂ ਦੇ ਵਿੱਚ ਸਾਡੀ ਸਪੋਰਟ ਕਰਨਗੇ। ਇਹ ਤੁਹਾਨੂੰ ਲੱਗ ਰਿਹਾ ਕਿ ਹਲਕਾ ਆਦਮਪੁਰ ਦੇ ਸਮੀਕਰਨ ਇਸ ਵਾਰ ਬਦਲ ਸਕਦੇ? ਸ਼੍ਰੀ ਪਵਨ ਕੁਮਾਰ ਟੀਨੂ ਜੀ 2 ਵਾਰ ਉਹਨਾਂ ਨੂੰ ਲੋਕਾਂ ਨੇ ਜਿਤਾ ਕੇ ਅਸੈਂਬਲੀ 'ਚ ਭੇਜਿਆ ਆ। ਜੇ ਆਪਾਂ ਸੁਖਵਿੰਦਰ ਸਿੰਘ ਕੋਟਲੀ ਜੀ ਦੀ ਗੱਲ ਕਰ ਲਈਏ ਤਾਂ ਸੁਖਵਿੰਦਰ ਸਿੰਘ ਕੋਟਲੀ ਜੀ ਟਿਕਟ ਨਾ ਮਿਲਣ ਕਰਕੇ ਉਹਨਾਂ ਨੇ ਪਾਰਟੀ ਬਦਲੀ ਆ, ਨਾ ਕਿ ਉਹਨਾਂ ਨੂੰ ਕੋਈ ਇਹ ਕਾਂਗਰਸ ਨਾਲ ਕੋਈ ਪਿਆਰ ਆ ਜਾਂ ਕਾਂਗਰਸ ਦੇ ਵਿੱਚ ਕੋਈ ਬਹੁਤ ਵਧੀਆ ਉਹਨਾਂ ਦੀ ਜਗ੍ਹਾ ਆ। ਤੇ ਉਹ ਤਾਂ ਸਿਰਫ ਮੈਂ ਚਾਹੁੰਦਾ ਵੀ ਜਿੰਨੇ ਵੀ ਇਹ ਬਦਲ ਕੇ ਆਏ ਆ, ਆਪਣੀਆਂ ਪਾਰਟੀਆਂ ਬਦਲ ਕੇ ਆਏ, ਨੋ ਡਾਊਟ ਵੀ ਸ਼੍ਰੀ ਪਵਨ ਕੁਮਾਰ ਟੀਨੂ ਜੀ ਵੀ ਬਦਲ ਕੇ ਆਏ, ਲੇਕਿਨ ਉਦੋਂ ਸਮੀਕਰਨ ਹੋਰ ਸੀਗੇ, ਅੱਜ ਸਮੀਕਰਨ ਹੋ ਰਿਹਾ। ਤੁਸੀਂ ਪੂਰੇ ਸੂਬੇ 'ਚ ਦੇਖ ਲਓ ਵੀ ਜਿੰਨੇ ਵੀ ਦੂਜੀਆਂ ਪਾਰਟੀਆਂ 'ਚੋਂ ਇੱਧਰ ਉੱਧਰ ਜਾ ਕੇ ਟਪੂਸੀਆਂ, ਕਿ ਮੈਂ ਤਾਂ ਦੇਖ ਰਿਹਾ ਵੀ ਜਿਹੜੀ ਹਾਸੋਵਾਣੀ ਜੀ ਹੋ ਰਹੀ ਆ ਵੀ ਇੱਕ ਕੈਂਡੀਡੇਟ 3 ਪਾਰਟੀਆਂ ਇੰਨੇ ਸਮੇਂ 'ਚ ਹੀ ਬਦਲ ਰਿਹਾ, ਮਤਲਬ 2-4 ਦਿਨ ਉੱਧਰ, 2-4 ਦਿਨ ਇੱਧਰ, 2-4 ਦਿਨ ਉੱਧਰ। ਤੇ ਇਹੋ ਜਿਹੇ ਕੈਂਡੀਡੇਟਸ ਲਈ ਲੋਕੀ ਸਮਝਦਾਰ ਆ ਅੱਜ ਦੀ ਡੇਟ ਦੇ ਵਿੱਚ ਵੀ ਇਹੋ ਜਿਹੇ ਕੈਂਡੀਡੇਟ ਨੂੰ ਕਦੀ ਵੀ ਉਹ ਆਪਣਾ ਯੋਗਦਾਨ ਨਹੀਂ ਦੇਣਗੇ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਸਿਰਫ ਇਹ ਸੱਤਾ ਹਾਸਲ ਕਰਨ ਲਈ ਆਏ ਆ, ਨਾ ਕੋਈ ਸੇਵਾ ਕਰਨ ਆਏ। ਜੇ ਸ਼੍ਰੀ ਪਵਨ ਕੁਮਾਰ ਟੀਨੂ ਜੀ ਦੀ ਗੱਲ ਕਰ ਲਈਏ, ਪਿਛਲੇ 15 ਸਾਲ ਤੋਂ ਹਲਕੇ ਦੀ ਸੇਵਾ ਕਰ ਰਹੇ ਉਹ, ਔਰ ਹਲਕਾ ਉਸ ਗੱਲ ਤੋਂ ਪ੍ਰੇਰਿਤ ਆ ਵੀ ਇਹ ਜਿਹੜਾ ਕੈਂਡੀਡੇਟ ਆ ਜਾਂ ਸਾਡਾ MLA ਆ ਪੁਰਾਣਾ, ਉਹ ਸਾਡੇ ਵਿੱਚ ਰਹਿੰਦਾ ਆ, ਸਾਡੇ ਉਹ ਕੰਮ ਧੜੱਲੇ ਨਾਲ ਕਰਾਉਂਦਾ ਆ। ਕੋਈ ਵੀ ਜੇ ਆਪਾਂ
ਪੁਰਾਣੇ ਸਮੇਂ ਦੇ ਵਿੱਚ ਇਸੇ ਹੀ ਕਾਂਗਰਸ ਸਰਕਾਰ ਦੇ ਵਿੱਚ ਵਜ਼ੀਫਿਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਪੂਰੀ ਲੜਾਈ ਲੜੀ ਆ। ਭਾਵੇਂ ਦਿੱਲੀ ਦੇ ਵਿੱਚ ਜਿਹੜਾ ਸਾਡਾ ਧਾਰਮਿਕ ਮੰਦਿਰ ਸੀਗਾ ਉਹਦੇ ਲਈ ਵੀ ਉਹਨਾਂ ਨੇ ਪੂਰੀ ਲੜਾਈ ਲੜੀ ਆ, ਕਿਉਂਕਿ ਆਪਣੇ ਧਰਮ ਦੇ ਨਾਲ ਵੀ ਖੜੇ ਆ, ਆਪਣੇ ਹਲਕੇ ਦੇ ਲੋਕਾਂ ਨਾਲ ਵੀ ਖੜੇ ਆ। ਤਾਂ ਮੈਂ ਨਹੀਂ ਸੋਚਦਾ ਵੀ ਅੱਜ ਤੱਕ ਇੱਦਾਂ ਦਾ ਕੋਈ ਸਵਾਲ ਉੱਠਿਆ ਆ ਵੀ ਸ਼੍ਰੀ ਪਵਨ ਕੁਮਾਰ ਟੀਨੂ ਜੀ ਨੂੰ ਲੋਕ ਨਾ ਪਸੰਦ ਕਰਨਗੇ, ਕਿਉਂਕਿ ਸ਼੍ਰੀ ਪਵਨ ਕੁਮਾਰ ਟੀਨੂ ਜੀ 2 ਵਾਰ ਜੇ ਇਸ ਹਲਕੇ ਤੋਂ ਜਿੱਤੇ ਆ ਤਾਂ ਉਹ ਉਹਨਾਂ ਦਾ ਪਿਆਰ ਆ। ਕਿਉਂ ਪਿਆਰ? ਉਹ ਇੱਦਾਂ ਆ ਵੀ ਉਹ ਹਲਕੇ ਦੇ ਹਰ ਵੇਲੇ ਹਲਕੇ ਦੇ ਵਿੱਚ ਹੀ ਰਹਿੰਦੇ ਆ, ਹਲਕੇ ਦੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ। ਬਾਕੀ ਕੈਂਡੀਡੇਟਸ ਜਿਹੜੇ ਆ ਉਹ ਤਾਂ ਸਿਰਫ ਸੱਤਾ ਹਾਸਲ ਕਰਨ ਲਈ ਇੱਧਰੋਂ ਉੱਧਰੋਂ ਦੇਖ ਕੇ, ਸਾਰਾ ਕੁਝ ਦੇਖ ਕੇ ਨਹੀਂ ਮਿਲਿਆ ਤਾਂ ਚਲੋ ਜਿੱਥੇ ਮਿਲਿਆ ਉੱਥੋਂ ਅਸੀਂ ਇਲੈਕਸ਼ਨ ਲੜ ਲੈਂਦੇ ਹਾਂ। ਇਕੱਲਾ ਇਲੈਕਸ਼ਨ ਲੜਨਾ ਹੀ ਲੋਕਾਂ ਦੀ ਸੇਵਾ ਨਹੀਂ ਹੁੰਦੀ। ਜਿਹੜੀ ਸ਼੍ਰੀ ਪਵਨ ਕੁਮਾਰ ਟੀਨੂ ਜੀ ਨੇ ਪਿਛਲੇ ਸਮੇਂ 'ਚ ਸੇਵਾ ਕੀਤੀ ਉਹਨੂੰ ਸੇਵਾ ਕਹਿੰਦੇ ਆ ਜੀ। ਢੀਂਡਸਾ ਸਾਹਿਬ, ਜੇ ਆਪਾਂ ਗੱਲ ਕਰ ਲਈਏ ਹਲਕਾ ਕਰਤਾਰਪੁਰ, ਇੱਕੋ ਹੀ ਇੱਕ ਹਲਕਾ ਜਿਹੜਾ ਬਸਪਾ ਦੇ ਹਿੱਸੇ ਆਇਆ, ਜਦ ਕਿ ਫਲੋਰ ਵਿੱਚ ਵੱਡਾ ਕੇਡਰ ਸੀ ਉਹ ਉਹਨਾਂ ਦੇ ਹਿੱਸੇ ਨਹੀਂ ਆਇਆ, ਫਗਵਾੜੇ ਵਿੱਚ ਵੱਡਾ ਕੇਡਰ ਸੀ ਉਹ ਉਹਨਾਂ ਦੇ ਹਿੱਸੇ ਨਹੀਂ ਆਇਆ। ਜੇ ਆਪਾਂ ਗੱਲ ਕਰ ਲਈ ਆਦਮਪੁਰ ਦੀ, ਜਿਹੜਾ ਜਿੱਥੇ ਬਸਪਾ ਦੀ ਵੱਡੀ ਵੋਟ ਸੀਗੀ, ਚਲੋ ਗੱਠਜੋੜ ਕਿੱਦਾਂ ਕੀਤਾ ਉਹ ਉਹਨਾਂ ਦੇ ਵੱਡੇ ਲੈਵਲ ਦੇ ਗੱਲ ਨੇ। ਕਰਤਾਰਪੁਰ ਹਲਕਾ ਦੀ ਜਗ੍ਹਾ ਬਲਵਿੰਦਰ ਕੁਮਾਰ ਐਡਵੋਕੇਟ ਜਿਹੜੇ ਨੇ ਬਸਪਾ ਦੇ ਵਿੱਚ ਪਹਿਲਾਂ ਵੀ ਉਹ ਮੰਨੇ ਪ੍ਰਮੰਨੇ ਜਿਹੜੇ ਮੰਨੇ ਜਾਂਦੇ ਨੇ, ਪਰ ਕੁਝ ਗੱਲਾਂ ਨੂੰ ਲੈ ਕੇ ਬਲਵਿੰਦਰ ਕੁਮਾਰ ਦੇ ਉੱਪਰ ਤੁਹਾਡੇ ਪਾਰਟੀ ਵਰਕਰ ਜਾਂ ਬਸਪਾ ਦੇ ਪਾਰਟੀ ਵਰਕਰ ਇਹ ਗਿਲਾ ਕਰਦੇ ਨੇ ਵੀ ਬਲਵਿੰਦਰ ਕੁਮਾਰ ਜਿਹੜਾ ਬਹੁਤ ਕਾਫੀ ਆਕੜਖੋਰਾ ਐਟੀਟਿਊਡ ਰੱਖਦਾ ਆ, ਵੀ ਜਿਹਦੇ ਕਰਕੇ ਲੋਕਾਂ ਨਾਲ ਉਹ ਘੁਲ ਮਿਲ ਨਹੀਂ ਰਿਹਾ। ਕੀ ਲੱਗਦਾ ਆ ਕਿ ਜਿਹੜੀ ਤੁਹਾਡੇ ਹੱਥੋਂ ਇਹ ਸੀਟ ਜਿਹੜੀ ਨਿਕਲ ਗਈ ਸੀਗੀ, ਇਸ ਵੇਲੇ ਕਾਂਗਰਸ ਉੱਥੋਂ ਨੁਮਾਇੰਦਗੀ ਕਰਦੀ ਆ, ਕਰਤਾਰਪੁਰ ਦੀ ਸੀਟ ਤੁਹਾਡੇ ਹਿੱਸੇ ਆ ਸਕਦੀ? ਕਰਤਾਰਪੁਰ ਦੀ ਸੀਟ ਉਦਣ ਦੀ ਸਾਡੇ ਪੱਖ 'ਚ ਖੜੀ ਆ ਜਿੱਦਣ ਦਾ ਸ਼੍ਰੋਮਣੀ ਅਕਾਲੀ ਦਲ BSP ਦਾ ਗੱਠਜੋੜ ਹੋਇਆ। ਔਰ ਬਲਵਿੰਦਰ ਕੁਮਾਰ ਜੀ ਦੀ ਗੱਲ ਕਰੀਏ ਤਾਂ ਬਲਵਿੰਦਰ ਕੁਮਾਰ ਜੀ ਜਿੱਦਣ ਗੱਠਜੋੜ ਨਹੀਂ ਵੀ ਸੀਗਾ ਤੇ ਅਸੀਂ ਉਹਨਾਂ ਦੇ ਨਾਲ ਐਜ਼ ਏ ਭਾਈਚਾਰਾ, ਐਜ਼ ਏ ਦੋਸਤ, ਐਜ਼ ਏ ਗੁਆਂਢੀ, ਕਿਉਂਕਿ ਮੇਰੇ ਗੁਆਂਢ 'ਚ ਇੱਥੇ ਉਹਨਾਂ ਦਾ ਮਕਾਨ ਆ, ਉਹ ਸਾਡੇ ਆਮ ਫੰਕਸ਼ਨਾਂ ਦੇ ਉੱਤੇ ਅਸੀਂ ਇੱਕ ਦੂਜੇ ਨੂੰ ਮਿਲਦੇ ਰਹੇ ਹਾਂ। ਚਲੋ ਗੱਠਜੋੜ ਹੋ ਗਿਆ, ਬਹੁਤ ਵਧੀਆ ਇਹ ਜਿਹੜਾ ਸਮਾਂ ਸੁਹਾਗਾ ਹੋਇਆ। ਮੈਂ ਇੱਦਾਂ ਦੀ ਗੱਲ ਅੱਜ ਤੱਕ ਮੈਂ ਮਹਿਸੂਸ ਨਹੀਂ ਕੀਤੀ ਵੀ ਉਹਨਾਂ ਦੀ ਜੇ ਕੋਈ ਆਕੜਖੋਰੀ ਆ। ਪੜ੍ਹੇ ਲਿਖੇ ਆ, ਐਡਵੋਕੇਟ ਹਨ, ਔਰ ਉਹ ਵਧੀਆ ਤਰੀਕੇ ਦੇ ਨਾਲ ਬਹੁਤ ਸੁਚੱਜੇ ਢੰਗ ਦੇ ਨਾਲ ਇਸ ਟਾਈਮ ਕੰਪੇਨ ਵੀ ਕਰ ਰਹੇ ਆ। ਤੇ ਇਕੱਲੇ ਸਰਕਲ ਦੇ ਵਿੱਚ ਜਾ ਕੇ ਉਹਨਾਂ ਨੇ ਕੰਪੇਨ ਕੀਤੀ ਆ BSP ਦੇ ਔਰ ਅਕਾਲੀ ਦਲ ਦੇ ਜਿਹੜਾ ਕੈਡਰ ਸੀ ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਲਿਆ ਕੇ ਤੇ ਉਹਨਾਂ ਨੇ ਉਸ ਤਰੀਕੇ ਨਾਲ ਇਹਨੂੰ ਕੰਪੇਨ ਨੂੰ ਚਲਾਇਆ। ਤਾਂ ਸਾਨੂੰ ਕਿਤੇ ਵੀ ਇੱਦਾਂ ਦਾ ਨਹੀਂ ਲੱਗ ਰਿਹਾ ਵੀ ਇੱਥੇ ਕੋਈ ਆਕੜਖੋਰੀ ਵਾਲੀ ਗੱਲ ਆ, ਜਾਂ ਕਿਤੇ ਨਹੀਂ ਲੱਗ ਰਿਹਾ ਵੀ ਇਹ ਜਿਹੜੀ ਆ ਸੀਟ BSP ਅਕਾਲੀ ਦਲ ਦੇ ਹੱਥ 'ਚੋਂ ਜਾ ਰਹੀ ਆ। ਔਰ ਉਲਟਾ ਕਿ BSP ਅਕਾਲੀ ਦਲ ਦੇ ਜਿਹੜੇ ਵਰਕਰ ਆ ਉਹ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰ ਰਹੇ ਆ, ਇੱਕ ਦੂਜੇ ਨੂੰ ਵੋਟਾਂ ਦਾ ਪਾਉਣ ਦਾ ਕਹਿ ਰਹੇ ਆ। ਤੇ ਇੱਦਾਂ ਦੀ ਕਦੀ ਵੀ ਸਾਡੇ ਧਿਆਨ ਦੇ ਵਿੱਚ ਇੱਦਾਂ ਦੀ ਕੋਈ ਗੱਲ ਆਈ ਨਹੀਂ, ਕਿਉਂਕਿ ਮੈਂ ਪੂਰੇ ਜ਼ਿਲ੍ਹੇ ਦੇ ਵਿੱਚ ਇਸ ਟਾਈਮ ਕੰਪੇਨ ਕਰ ਰਿਹਾ ਤੇ ਇਕੱਲੇ ਹਲਕੇ ਦਾ ਮੈਂ ਕੋਨਾ ਘੁੰਮ ਚੁੱਕਾ ਹਾਂ। ਕਿਤੇ ਵੀ ਇੱਦਾਂ ਦੀ ਗੱਲ ਨਹੀਂ ਆਈ ਵੀ ਕਰਤਾਰਪੁਰ ਦੇ ਵਿੱਚ ਇੱਦਾਂ ਦੀ ਕੋਈ ਗੱਲ ਹੋਵੇ ਵੀ ਜਿਹੜਾ BSP ਦਾ ਕੈਡਰ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਨਾਰਾਜ਼ ਆ। ਹਾਲਾਂਕਿ ਉਲਟਾ ਇਹ ਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ BSP ਦੇ ਨਾਲ ਜਾ ਕੇ ਕੰਪੇਨ ਕਰ ਰਹੇ ਆ ਤੇ BSP ਦੇ ਵਰਕਰ ਜਿਹੜੇ ਆ ਉਹ ਅਕਾਲੀ ਦਲ ਦੇ ਨਾਲ ਜਾ ਕੇ ਕੰਪੇਨ ਕਰ ਰਹੇ ਆ। ਤੇ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਨੂੰ 20 ਤਰੀਕ ਨੂੰ, ਅੱਜ ਫਰਵਰੀ 20 ਨੂੰ ਇਹ ਸਾਰਾ ਰਿਜ਼ਲਟ ਸਾਹਮਣੇ ਆ ਜਾਣਾ। ਤੇ ਜਿੱਦਾਂ ਰਿਜ਼ਲਟ ਸਾਹਮਣੇ ਆਇਆ ਸਾਰੀਆਂ ਗੱਲਾਂ ਸਾਰੀਆਂ ਨਿੱਤਰ ਕੇ ਸਾਹਮਣੇ ਆ ਜਾਣੀਆਂ। ਜਿਹੜਾ ਸਾਰਾ ਭਰਮ ਫੈਲਾਇਆ ਜਾ ਰਿਹਾ ਇਹ ਬੁਖਲਾ ਗਈ ਆ, ਕਾਂਗਰਸ ਔਰ ਹੋਰ ਪਾਰਟੀਆਂ ਬੁਖਲਾ ਗਈਆਂ ਵੀ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਤੇ BSP ਦਾ ਗੱਠਜੋੜ ਆ ਉਹ ਉਹਨਾਂ ਦੇ ਗਲੋਂ ਨਹੀਂ ਉਤਰ ਰਹੀ ਗੱਲ ਵੀ ਇਹ ਕਿੱਦਾਂ ਹੋ ਗਿਆ, ਇਹ ਹੋਣਾ ਨਹੀਂ ਸੀ ਚਾਹੀਦਾ। ਹਮੇਸ਼ਾ ਇਹਨਾਂ ਨੇ ਧਰਮ ਨੂੰ ਵੰਡਿਆ ਤੇ ਇਸ ਪੰਜਾਬ ਦੇ ਵਿੱਚ BSP ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ 9 ਮਾਸ ਦਾ ਰਿਸ਼ਤਾ ਰਿਹਾ ਆ, ਇਹਨੂੰ ਕਦੀ ਵੰਡਿਆ ਨਹੀਂ ਜਾ ਸਕਦਾ। ਜੀ ਢੀਂਡਸਾ ਸਾਨੂੰ ਸਮਾਂ ਦਿੱਤਾ, ਧੰਨਵਾਦ ਤੁਹਾਡਾ ਬਹੁਤ। ਤੁਹਾਡਾ ਮੈਂ ਚੈਨਲ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੇਰੇ ਵਿਚਾਰ ਆਪਣੇ ਦੱਸੇ ਔਰ ਮੇਰੇ ਸੁਣੇ। ਮੈਂ ਸਾਰੇ ਪੰਜਾਬ ਦੇ, ਸਾਰੇ ਜ਼ਿਲ੍ਹੇ ਦੇ ਔਰ ਖਾਸ ਕਰਕੇ ਸਾਡੇ ਜ਼ਿਲ੍ਹੇ ਦੇ ਹਲਕਿਆਂ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਵੀ 20 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਤੇ BSP ਦੇ ਕੈਂਡੀਡੇਟਾਂ ਨੂੰ ਜਿਤਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਆਪਾਂ ਹੱਥ ਮਜ਼ਬੂਤ ਕਰੀਏ ਔਰ ਜਿਹੜਾ ਇਹ ਡਿਵੈਲਪਮੈਂਟ ਦਾ ਕੰਮ ਰੁਕਿਆ ਹੋਇਆ ਉਹਨੂੰ ਅੱਗੇ ਚਲਾਈਏ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਆਪਣਾ CM ਚਿਹਰਾ
ਐਲਾਨ ਕੇ ਉਹਨਾਂ ਨੂੰ ਆਪਾਂ ਸੀਐਮ ਦੇਖੀਏ। ਸਰਦਾਰ ਮਜੀਠੀਆ ਸਾਹਿਬ ਨੂੰ ਯੂਥ ਦੀ ਨੁਮਾਇੰਦਗੀ ਕਰਨ ਲਈ ਮੌਕਾ ਦਈਏ, ਕਿਉਂਕਿ ਜਿਹੜਾ ਪੰਜਾਬ ਆ ਉਹ 10 ਸਾਲ ਪਿੱਛੇ ਰਹਿ ਗਿਆ। 5 ਸਾਲ ਇਹ ਪਿੱਛੇ ਰਹਿ ਗਿਆ, ਤੇ ਜਿਹੜੇ 5 ਸਾਲ ਹੋਰ ਡਿਵੈਲਪਮੈਂਟ ਦੇ ਹੋਣੇ ਸੀ ਉਹ ਪਿੱਛੇ ਰਹਿ ਗਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਹਰਿੰਦਰ ਸਿੰਘ ਢੀਂਡਸਾ ਦਾ ਮੰਨਣਾ ਆ ਕਿ ਜਿਸ ਤਰ੍ਹਾਂ ਯੂਥ ਵਿੰਗ ਨੇ 2012 ਦੇ ਵਿੱਚ ਵਰਕ ਕੀਤਾ, ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦਾ ਇਸ ਵਾਰ ਵੀ ਤਤਪਰ ਹੋ ਕੇ ਆਪੋ ਆਪਣੇ ਹਲਕਿਆਂ ਦੇ ਵਿੱਚ ਕੰਮ ਕਰ ਰਿਹਾ। ਹੁਣ ਦੇਖਣਾ ਹੋਵੇਗਾ ਕਿ ਰਿਜ਼ਲਟ ਜਿਹੜਾ ਆਉਂਦਾ ਆ 20 ਫਰਵਰੀ ਨੂੰ ਲੋਕ ਵਾਕਿਆ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੇ ਦੀ ਤਰ੍ਹਾਂ ਜਲੰਧਰ ਜ਼ਿਲ੍ਹੇ ਵਿੱਚ ਵੀ ਨੁਮਾਇੰਦਗੀ ਦਿੰਦੇ ਆ, ਵੋਟਾਂ ਪਾਉਂਦੇ ਆ ਜਾਂ ਨਹੀਂ ਪਾਉਂਦੇ, ਜਾਂ ਹਾਲਾਤ ਕਿਸ ਕਰਵਟ ਬੈਠਣਗੇ, ਇਹ ਸਮਾਂ ਦੱਸੇਗਾ। ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਕੈਮਰਾਮੈਨ JK ਸਿੱਧੂ ਦੇ ਨਾਲ ਗੁਰਨਾਮ ਸਿੰਘ ਬਿਲਗਾ, ਜਲੰਧਰ ਤੋਂ।